ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 27 ਮਾਰਚ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਚੜ੍ਹਦੇ ਪੰਜਾਬ ਤੋਂ ਰੱਖਣੀ ਹੈ ਤੇ ਉਹ ਵੀ ਪਟਿਆਲੇ ਤੋਂ। ਪਟਿਆਲੇ ਦੇ ਵਿੱਚ ਇੱਕ ਕਰਨਲ ਸਾਹਿਬ ਆਪਣੇ ਪੁੱਤਰ ਦੇ ਨਾਲ ਜਾ ਰਹੇ ਸਨ ਤੇ ਕਿਸੇ ਢਾਬੇ ਦੇ ਸਾਹਮਣੇ ਉਹਨਾਂ ਦੀ ਕੋਈ ਮੂੰਹਮਾਰੀ ਹੋ ਗਈ ਪੁਲਿਸ ਵਾਲਿਆਂ ਨਾਲ। ਪੁਲਿਸ ਵਾਲੇ ਬਹੁਤੇ ਸਨ, ਕੋਈ 12 ਦੇ ਕਰੀਬ ਸਨ ਤੇ ਉਹਨਾਂ ਨੇ ਕਰਨਲ ਸਾਹਿਬ ਨੂੰ ਫੜ ਕੇ ਮਾਰਿਆ ਵੀ ਕਿਤੇ ਚੰਗਾ ਹੀ। ਕਰਨਲ ਸਾਹਿਬ ਦਾ ਮੋਢਾ ਤੋੜ ਛੱਡਿਆ ਤੇ ਕਰਨਲ ਸਾਹਿਬ ਦੇ ਪੁੱਤਰ ਦਾ ਨੱਕ ਭੰਨ ਛੱਡਿਆ। ਮਾਰ ਕੁਟਾਈ ਚੰਗੀ ਲੰਮੀ ਚੌੜੀ ਹੋ ਗਈ ਔਰ ਉਸ ਤੋਂ ਬਾਅਦ ਕਰਨਲ ਸਾਹਿਬ ਵਾਪਸ ਗਏ। ਜ਼ਾਹਿਰ ਹੈ ਹਾਜ਼ਰ ਸਰਵਿਸ ਕਰਨਲ ਸਾਹਿਬ ਸਨ, ਉਹਨਾਂ ਨੇ ਆਪਣੀ ਯੂਨਿਟ 'ਚ ਦੱਸਿਆ, ਯੂਨਿਟ ਨੇ ਪੁਲਿਸ ਨੂੰ ਦੱਸਿਆ ਤੇ ਹੁਣ ਪੁਲਿਸ ਦੇ ਜਿਹੜੇ ਮੁਤਲਕਾ IG ਨੇ ਉਹਨਾਂ ਨੇ ਇਹਦੇ ਉੱਤੇ ਇਨਕੁਆਇਰੀ ਪਾ ਦਿੱਤੀ ਹੈ ਔਰ ਆਖਿਆ ਵੀ ਅਗਰ ਪੁਲਿਸ ਵਾਲਿਆਂ ਦਾ ਕਸੂਰ ਹੋਇਆ ਤਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਏਗੀ। ਇਹੋ ਜਿਹਾ ਇੱਕ ਵਾਕਿਆ ਚੇਤੇ ਕਰੋ ਵੀ ਇੱਥੇ ਵੀ ਹੋਇਆ ਸੀ ਔਰ ਬਾਬਲ ਨਗਰ ਦੇ ਲਾਗੇ ਹੋਇਆ ਸੀ। ਇੱਥੇ ਵੀ ਪੁਲਿਸ ਵਾਲਿਆਂ ਨੇ ਕਿਸੇ ਹਾਜ਼ਰ ਸਰਵਿਸ ਜਿਹੜੇ ਫੌਜੀ ਅਹਿਲਕਾਰ ਸੀ, ਅਫਸਰ ਤਾਂ ਨਹੀਂ ਸਨ ਉਹ, ਮੇਰਾ ਖਿਆਲ JCO ਕੋਈ ਅਹਿਲਕਾਰ ਸਨ, ਉਹਨਾਂ ਦੇ ਨਾਲ ਕੋਈ ਜ਼ਿਆਦਤੀ ਕੀਤੀ ਸੀ। ਗਾਲਬਨ ਚੋਰਾਂ ਨੂੰ ਫੜਦੇ ਉਹਨਾਂ ਦੇ ਘਰ ਆ ਗਏ ਸਨ ਤੇ ਉੱਥੇ ਉਹਨਾਂ ਦੇ ਨਾਲ ਕੋਈ ਬਦਤਮੀਜ਼ੀ ਵਗੈਰਾ ਕੀਤੀ ਸੀ। ਅਤੇ ਇੱਥੇ ਜ਼ਰਾ ਉਹਨਾਂ ਨੇ ਫੌਰੀ ਇਨਸਾਫ ਦੇ ਉੱਤੇ ਫੈਸਲਾ ਕੀਤਾ ਵੀ ਜੀ ਫੌਰੀ ਇਨਸਾਫ ਹੋਣਾ ਤੁਰੰਤ, ਔਰ ਉਹ ਫੌਰੀ ਇਨਸਾਫ ਉਹਨਾਂ ਨੇ ਦਿੱਤਾ ਇਸ ਤਰ੍ਹਾਂ ਸੀ ਵੀ ਕੋਰ ਦੇ ਵਿੱਚੋਂ ਜਾਂ ਜਿਹੜਾ ਵੀ ਉਹਨਾਂ ਦਾ ਦਫ਼ਤਰ ਸੀ ਉੱਥੋਂ ਗੱਡੀਆਂ ਘੱਲੀਆਂ ਸਨ ਭਰ ਕੇ ਜਵਾਨਾਂ ਨਾਲ, ਅਤੇ ਉਹਨਾਂ ਨੇ ਫਿਰ ਸਰਜਰੀ ਕੀਤੀ ਸੀ ਉੱਥੇ ਪੰਜਾਬ ਪੁਲਿਸ ਦੀ ਮੌਕੇ ਦੇ ਉੱਤੇ ਹੀ ਬਾਬਲ ਨਗਰ ਦੇ ਵਿੱਚ, ਔਰ ਮਾਰ ਕੇ ਇੰਜ ਮਾਰਿਆ ਸੀ ਜਿਵੇਂ ਛੱਲੀਆਂ ਦੇੜੀ ਦੀਆਂ ਨੇ, ਅਤੇ ਵਿਚਾਰਿਆਂ ਦੇ ਪੱਲੇ ਕੁਛ ਨਹੀਂ ਸੀ ਛੱਡਿਆ, ਨਾ ਜਿਸਮਾਨੀ ਤੌਰ 'ਤੇ ਨਾ ਨਫਸੀਆਤੀ ਤੌਰ 'ਤੇ। ਅਤੇ ਉਦੋਂ ਦੀ ਪੁਲਿਸ ਜਿਹੜੀ ਹੈ ਵਿਚਾਰੀ ਉਹ ਮੁਰਾਲ ਜ਼ਾਹਿਰ ਹੈ ਉਹਦਾ ਥੱਲੇ ਗਿਆ। ਅਤੇ ਜਿਹੜਾ IG ਹੈ ਪੰਜਾਬ ਦਾ, ਉਹ ਬਜਾਏ ਇਸ ਦੇ ਕਿ ਉਸ ਵੇਲੇ ਪੁਲਿਸ ਦੇ ਮੁਰਾਲ ਲਈ ਕੁਝ ਕਰਦਾ, ਜਾਂ ਚਲੋ ਮੈਂ ਇਹ ਨਹੀਂ ਆਉਂਦਾ ਵੀ ਕਿਸੇ ਨਾਲ ਲੜ ਪੈਂਦਾ ਜਾ ਕੇ, ਲੇਕਿਨ ਚਲੋ ਕੋਈ ਨਾ ਕੋਈ ਉਹਨਾਂ ਦੀ ਤਸ਼ੱਫੀ ਕਰਦਾ। ਉਹਨੇ ਕਿਹਾ ਇਹੋ ਜਿਹੇ ਕੰਮ ਹੁੰਦੇ ਰਹਿੰਦੇ ਨੇ, ਮੇਰਾ ਲਿੱਤਰ ਪੌਲਾ ਹੁੰਦਾ ਰਹਿੰਦਾ, ਐਸੀ ਕਿਹੜੀ ਗੱਲ ਹੈ, ਕੋਈ ਮਸਲਾ ਹੀ ਕੋਈ ਨਹੀਂ, ਫਿਰ ਵੀ ਹੋ ਜਾਏਗਾ ਤਾਂ ਕੋਈ ਮਸਲਾ ਨਹੀਂ। ਅਤੇ ਖੈਰ ਕਹਿਣ ਦਾ ਮਤਲਬ ਇਹ ਹੈ ਕਿ ਉੱਥੇ ਕਮ ਅਜ਼ ਕਮ ਇਹ ਨਜ਼ਰ ਆਇਆ ਵੀ ਇਸ ਤਰ੍ਹਾਂ ਫੌਰੀ ਤੌਰ ਦੇ ਉੱਤੇ ਕਾਨੂੰਨ ਹੱਥ 'ਚ ਨਹੀਂ ਲਿਆ ਗਿਆ, ਨਾ ਲਿੱਤਰ ਪੌਲਾ ਕੀਤਾ ਗਿਆ, ਬਲਕਿ ਇਨਕੁਆਇਰੀ ਬੈਠੀ ਹੈ। ਬਹਰਹਾਲ ਇਸ ਖਬਰ ਨੂੰ ਫੋਲੋ ਅਪ ਰੱਖਾਂਗੇ ਵੀ ਉੱਥੇ ਕੀ ਬਣਦਾ। ਇੱਥੇ ਤੇ ਅਗਰ ਕਰਨਲ ਸਾਹਿਬ ਦੇ ਲਾਗੋਂ ਵੀ ਕੋਈ ਲੰਘਿਆ ਹੁੰਦਾ ਹੁਣ ਤੱਕ ਤੁਹਾਨੂੰ ਪਤਾ ਜੋ ਕੁਝ ਹੋਣਾ ਸੀ, ਉਹ ਤੁਸੀਂ ਮੇਰੀ ਗੱਲ ਸਮਝ ਹੀ ਸਕਦੇ ਹੋ। ਲੇਕਿਨ ਇਹ ਕੋਈ ਇਕੱਲਾ ਕਰਨਲ ਸਾਹਿਬ ਦੀ ਗੱਲ ਨਹੀਂ ਹੈ। ਇੱਥੇ ਸਾਡੇ ਵਾਲੇ ਪਾਸੇ ਜਿਹੜਾ ਵੀ ਤਕੜਾ ਹੈ ਨਾ, ਜਿਹੜਾ ਵੀ ਅਸ਼ਰਾਫੀਆ 'ਚੋਂ ਹੈ, ਜਿਹਦਾ ਵੀ ਹੱਥ ਪੈਂਦਾ ਕਿਤੇ, ਉਹ ਦੂਜੇ ਨਾਲ ਇੰਜ ਹੀ ਕਰਦਾ ਹੈ। ਇੱਥੇ ਬਸ ਮਾੜੇ ਬੰਦੇ ਦਾ ਹੀ ਹੈ ਉਹ। ਅਗਰ ਪੁਲਿਸ ਵਾਲਿਆਂ ਦਾ ਜਿਹੜਾ ਹੱਥ ਉਹ ਕਿਸੇ ਹੋਰ 'ਤੇ ਪੈ ਜਾਏ ਤਾਂ ਉਹ ਇਹ ਕਰਦੇ ਨੇ, ਬਿਊਰੋਕਰੇਸੀ ਦਾ ਪੈ ਜਾਏ ਜਾਂ ਕਿਸੇ ਸੇਠ ਦਾ ਪੈ ਜਾਏ ਜਾਂ ਕਿਸੇ ਫਿਊਡਲ ਦਾ ਪੈ ਜਾਏ। ਅਤੇ ਇੱਥੇ ਸਾਡੇ ਵਾਲੇ ਪਾਸੇ ਤਾਂ ਇਸ ਵੇਲੇ ਇਹ ਰਿਵਾਜ ਬਣਿਆ ਵੀ ਜਿਹਦੀ ਲਾਠੀ ਉਹਦੀ ਬਹਿਸ, ਅਤੇ ਜਿਹਦੇ ਕੋਲ ਜਿੰਨੀ ਤਾਕਤ ਹੈ ਉਹ ਦੂਜਿਆਂ ਨੂੰ ਦੱਬੀ ਫਿਰਦਾ ਔਰ ਮਾਰੀ ਫਿਰਦਾ ਉਸੇ ਤਰੀਕੇ ਨਾਲ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਮੁਹੰਮਦ ਮਾਲਿਕ ਸਾਹਿਬ ਨੇ ਸਵਾਲ ਕੀਤਾ ਰਾਣਾ ਸਨਾਉੱਲਾ ਦੇ ਕੋਲੋਂ ਕਿ 2025 'ਚ ਇਮਰਾਨ ਖਾਨ ਸਾਹਿਬ ਤੁਹਾਨੂੰ ਬਾਹਰ ਆਉਂਦੇ ਨਜ਼ਰ ਆਉਂਦੇ ਨੇ। ਉਹਨਾਂ ਕਿਹਾ ਮੈਨੂੰ ਤਾਂ 2030 'ਚ ਵੀ ਇਮਰਾਨ ਖਾਨ ਬਾਹਰ ਆਉਂਦੇ ਨਜ਼ਰ ਨਹੀਂ ਆਉਂਦੇ, ਕਿਉਂਕਿ ਇਮਰਾਨ ਖਾਨ ਜਿਹੜੇ ਜੇਲ੍ਹ 'ਚ ਬਹਿ ਕੇ ਫੈਸਲੇ ਕਰਨ ਡਏ ਨੇ ਅਤੇ ਬਿਆਨ ਦੇਣ ਡਏ ਨੇ, ਅਤੇ ਉਹਦੀ ਵਜ੍ਹਾ ਤੋਂ ਤਾਂ ਲੱਗਦਾ ਉਹ ਆਪਣੇ ਆਪ ਵਾਸਤੇ ਮਾਮਲਾਤ ਹੋਰ ਖ਼ਰਾਬ ਕਰਦੇ ਹੋਣ। ਅੱਛਾ, ਇਹ ਸਵਾਲ ਤੁਹਾਡੇ ਵੀ ਬੜੇ ਸਾਰਿਆਂ ਦੇ ਜ਼ਿਹਨ ਦੇ ਵਿੱਚ ਆਉਂਦਾ ਹੈ। ਵੇਖੋ, ਇਮਰਾਨ ਖਾਨ ਸਾਹਿਬ ਨੇ ਜਿੱਦਣ ਰੱਬ ਨੇ ਉਹਨਾਂ ਨੂੰ ਬਾਹਰ ਲਿਆਉਣਾ ਹੈ ਅਤੇ ਇਹਨਾਂ ਸਾਰਿਆਂ ਦੇ ਆਖਣ ਤੇ ਅੰਦਰ ਨਹੀਂ ਰੱਖਣਾ। ਕਿਸੇ ਵੇਲੇ ਵੀ ਸਬਬ ਉਹੋ ਜਿਹਾ ਅੱਲਾ ਨੇ ਬਣਾ ਦੇਣਾ। ਮੈਨੂੰ ਤਾਂ ਅੱਲਾ ਦੇ ਘਰ 'ਚੋਂ ਬੜਾ ਯਕੀਨ ਹੈ, ਉਮੀਦ ਹੈ ਕਿ ਇਮਰਾਨ ਖਾਨ ਸਾਹਿਬ ਇਨਸ਼ਾਅੱਲਾ ਛੇਤੀ ਬਾਹਰ ਆਉਣਗੇ। ਹੁਣ ਉਹ ਕਿੰਨੀ ਛੇਤੀ ਆਉਂਦੇ ਨੇ ਮੈਂ ਇਹ ਤਾਂ ਨਹੀਂ ਆਉਂਦਾ ਵੀ 2 ਮਹੀਨੇ 4 ਮਹੀਨੇ। ਦਿਲ ਤੇ ਕੋਈ ਨਹੀਂ ਇਸ ਵੇਲੇ ਦੇ ਜਿਹੜੇ ਚੌਧਰੀ ਨਿਜ਼ਾਮੁਦੀਨ ਸਾਹਿਬ ਨੇ, ਉਹਨਾਂ ਦਾ ਦਿਲ ਕੋਈ ਨਹੀਂ ਛੱਡਣ ਦਾ, ਇੰਝ ਹੀ ਹੈ ਉਹਨਾਂ ਦਾ ਦਿਲ। ਇਹੀ ਹੈ 2030 2040 ਮੈਂ ਚਲਾਵਾਂ, ਮੈਂ ਰਵਾਂ ਇਕਤਦਾਰ 'ਚ ਅਤੇ ਇਮਰਾਨ ਖਾਨ ਰਵੇ ਜੇਲ੍ਹ ਦੇ ਵਿੱਚ। ਲੇਕਿਨ ਇਸ ਤਰ੍ਹਾਂ ਹੁੰਦਾ ਨਹੀਂ ਹੈ। ਇਹ ਜਿਹੜਾ ਮਾਹੌਲ ਬਣਿਆ ਮਸਲਨ ਅੱਜ ਦੇ ਦਿਨ ਜਿਹੜੀ ਖਬਰ ਅਸੀਂ ਹੁਣੇ ਉਰਦੂ ਵੀਲੌਗ ਦੇ ਵਿੱਚ ਦਿੱਤੀ ਸੀ ਅੱਗੇ, ਕਿ ਇੱਕ ਦਿਨ ਦੇ ਵਿੱਚ ਦਰਜਨ ਤੋਂ ਜ਼ਿਆਦਾ ਜਗ੍ਹਾ ਦੇ ਉੱਤੇ ਦਹਿਸ਼ਤਗਰਦੀ ਦੇ ਵਾਕਿਆਤ ਬਲੋਚਿਸਤਾਨ 'ਚ ਹੋ ਰਹੇ ਸਨ। ਇੱਕ ਦਿਨ 'ਚ ਬਰਾਬਰ ਬਯੱਕ ਵਕਤ ਇੱਕੋ ਵੇਲੇ, ਸਮਝਦੇ ਹੋ, ਉੱਥੇ ਵੀ ਚੱਲ ਰਿਹਾ ਕੰਮ ਅਤੇ ਉੱਥੇ ਵੀ ਚੱਲ ਰਿਹਾ ਅਤੇ ਉੱਥੇ ਵੀ। ਅਤੇ ਇਹ ਮੁਲਕ ਦੇ ਹਾਲਾਤ ਜਿਹੜੇ ਨੇ ਇਹ ਇਹੋ ਜਿਹੇ ਨਹੀਂ ਕਿ ਇਮਰਾਨ ਖਾਨ ਜਿਹੜਾ ਸਭ ਤੋਂ ਵੱਡਾ ਲੀਡਰ ਹੈ, ਜਿਹਦੇ ਨਾਲ 90% ਆਵਾਮ ਖਲੋਤੀ ਹੈ, ਉਹਨਾਂ ਨੂੰ ਹੁਣ ਤੁਸੀਂ ਜੇਲ੍ਹਾਂ 'ਚ ਰੱਖ ਲਓ ਔਰ ਉਹ ਵੀ 2030 ਅਤੇ 2035 ਅਤੇ 2028 ਅਤੇ ਫਲਾਨਾ। ਇਸ ਲਈ ਮੈਨੂੰ ਤਾਂ ਇਹ ਜਿਹੜੀ ਕਾਲੀ ਹਨੇਰੀ ਰਾਤ ਹੈ ਉਹ ਮੁੱਕਦੀ ਨਜ਼ਰ ਆਉਂਦੀ ਹੈ। ਲੇਕਿਨ ਇਹ ਜਿਹੜੇ ਰਜੀਮ ਵਾਲੇ ਨੇ ਇਹਨਾਂ ਦੀ ਦੁਆ ਇਹੀ ਹੈ ਵੀ ਇਮਰਾਨ ਖਾਨ ਜਿਹੜਾ 2030 ਕਿਹਾ ਉਸ ਤੋਂ ਬਾਅਦ ਵੀ ਅੰਦਰ ਹੀ ਰਵੇ, ਕਿਉਂਕਿ ਇਮਰਾਨ ਖਾਨ ਅੰਦਰ ਰਹੇਗਾ ਅਤੇ ਇਹਨਾਂ ਦੀਆਂ ਮੌਜਾਂ ਨੇ। ਇਮਰਾਨ ਖਾਨ ਬਾਹਰ ਆ ਜਾਏਗਾ ਅਤੇ ਇਹਨਾਂ ਨੂੰ ਪਤਾ ਫਿਰ ਇਹ ਨਾ ਹੋਵੇ ਵੀ ਜੇਲ੍ਹ 'ਚ ਜਾਣ ਦੀ ਵਾਰੀ ਇਹਨਾਂ ਦੀ ਆ ਜਾਏ।
ਅੱਛਾ ਜੀ, ਦੂਜੇ ਪਾਸੇ ਜੇਲ੍ਹ ਦੇ ਵਿੱਚ ਖਾਨ ਸਾਹਿਬ ਦੇ ਉੱਤੇ ਜ਼ੁਲਮ ਜਾਰੀ ਹੈ। ਇਮਰਾਨ ਖਾਨ ਸਾਹਿਬ ਨੇ ਫਿਰ ਆਖਿਆ ਵੀ ਜਿਹੜਾ ਕਰਨਲ ਹੈ ਉਹਦਾ ਕੀ ਇਖਤਿਆਰ ਹੈ ਕਿ ਉਹ ਜੇਲ੍ਹ 'ਚ ਬੈਠੇ ਤੇ ਜੇਲ੍ਹ ਨੂੰ ਕੰਟਰੋਲ ਕਰੇ। ਉਹਨਾਂ ਆਖਿਆ ਇਸ ਹਫ਼ਤੇ ਮੇਰੀਆਂ ਭੈਣਾਂ ਨਾਲ ਵੀ ਮੇਰੀ ਮੁਲਾਕਾਤ ਨਹੀਂ ਕਰਵਾਈ ਗਈ, ਅਦਾਲਤੀ ਅਹਿਕਾਮਾਤ ਦੇ ਬਾਵਜੂਦ ਦੋਸਤਾਂ ਨਾਲ ਵੀ ਮੁਲਾਕਾਤ ਨਹੀਂ ਕਰਾਉਂਦੇ ਤੇ ਬੱਚਿਆਂ ਨਾਲ ਵੀ ਫੋਨ ਤੇ ਗੱਲ ਨਹੀਂ ਕਰਾਉਂਦੇ। ਮੇਰੀ ਡਾਇਰੀ ਤੱਕ ਜਿਹੜੀ ਉਹ ਖੋਲ੍ਹੀ ਹੈ ਉਹਦੇ ਤੱਕ ਰਸਾਈ ਨਹੀਂ ਦਿੰਦੇ। ਡਾਇਰੀ ਜਿਹੜੀ ਉਹ ਕੋਈ ਆਪਣਾ ਯਾਦਦਾਸ਼ਤਾਂ ਲਿਖਦਾ ਹੈ ਬੰਦਾ ਬੈਠਾ ਉੱਤੇ, ਕੋਈ ਪੁਆਇੰਟਸ ਬਣਾਉਂਦਾ ਹੈ, ਕੋਈ ਕਿਤਾਬ ਪੜ੍ਹਦੇ ਨੇ ਤੇ ਉਹਦੇ ਵਿੱਚੋਂ ਕੋਈ ਹਵਾਲਾ ਲਿਖਦੇ ਨੇ। ਉਹਨਾਂ ਆਖਿਆ ਜੀ ਮੇਰੀ ਡਾਇਰੀ ਵੀ ਲੈ ਲਈਏ, ਉਹਦੇ ਤੱਕ ਵੀ ਰਸਾਈ ਨਹੀਂ ਤੇ ਨਾ ਹੀ ਕਿਤਾਬਾਂ ਤੱਕ ਰਸਾਈ ਦੇ ਰਹੇ ਨੇ। ਮਤਲਬ ਕਿ ਜ਼ੁਲਮ ਦੇ ਜਿਹੜੇ ਪਹਾੜ ਆਪਣੇ ਵੱਲੋਂ ਇਹ ਤੋੜ ਸਕਦੇ ਨੇ ਉਹਨਾਂ ਦੇ ਉੱਤੇ ਉਹ ਤੋੜ ਰਹੇ ਨੇ। ਬਾਕੀ ਤੇ ਜਿਹੜਾ ਸੈੱਲ ਹੈ ਨਿੱਕਾ ਜਿਹਾ ਜਾਂ ਉੱਥੇ ਜਿਹੜੀ ਕੋਈ ਸਹੂਲਤ ਨਹੀਂ, ਉਹ ਸਾਰਾ ਕੁਝ ਤਾਂ ਹੈ ਹੀ ਹੈ। ਇਹ ਇੱਕ ਨਵਾਂ ਕੰਮ ਇਹਨਾਂ ਨੇ ਸ਼ੁਰੂ ਕੀਤਾ ਹੋਇਆ। ਅੱਛਾ ਜੀ, ਅਗਲੀ ਐਸਆਰ ਰਾਣਾ ਸਾਹਿਬ ਬੜੇ ਚੰਗੇ ਤਗੜੇ ਜਰਨਲਿਸਟ ਨੇ ਲਾਹੌਰ ਤੋਂ, ਔਰ ਬੀਬੇ ਆਦਮੀ ਨੇ। ਲਾਹੌਰ ਦੇ ਵਿੱਚ ਰਹਿ ਕੇ ਬੀਬੇ ਰਹਿਣਾ ਮਤਲਬ ਕਿ ਲਿਫਾਫਾ ਲਫੂਫਾ ਨਾ ਫੜਨਾ ਔਰ ਲਾਹੌਰ 'ਚ ਰਹਿ ਕੇ ਚੰਗਾ ਜਰਨਲਿਜ਼ਮ ਕਰਨਾ, ਇਹ ਬੜੀ ਕਿਸਮਤ ਦੀ ਗੱਲ ਹੈ। ਮੈਂ ਹੀ ਆਖਾਂਗਾ ਕਿ ਐਸਆਰ ਰਾਣਾ ਸਾਹਿਬ ਵਰਗੀ ਕਿਸਮਤ ਰੱਬ ਦੇਵੇ ਬੰਦੇ ਨੂੰ, ਕਿਉਂਕਿ ਉੱਥੇ ਰਹਿ ਕੇ ਇਮਾਨਦਾਰ ਰਹਿਣਾ ਲਾਹੌਰ ਦੇ ਵਿੱਚ। ਇਹ ਮੈਂ ਨਹੀਂ ਆਂਦਾ ਵੀ ਉਹ ਇਕੱਲੇ ਨੇ, ਹੋਰ ਵੀ ਨੇ ਬੰਦੇ, ਪਰ ਐਵੇਂ ਉਂਗਲਾਂ 'ਤੇ ਗਿਣ ਜੋਗੇ ਨੇ। ਬਾਕੀ ਸਾਰੇ ਤੇ ਜਿਹੜੇ ਨੇ ਉਹ ਬਸ ਤਮਗੇ ਸ਼ਮਗੇ ਲੈ ਕੇ ਤੇ ਬਸ ਉਹਨਾਂ ਦੇ ਕੋਲੋਂ ਸਲੂਟ ਉਹਨਾਂ ਨੂੰ ਮਾਰੀ ਆਉਂਦੇ ਨੇ। ਸ਼ਰੀਫ ਟੱਬਰ ਦੇ ਘਰ ਦੇ ਹੀ ਸਾਫੀ ਬਣੇ ਨੇ ਉਹ। ਤੇ ਐਸਆਰ ਰਾਣਾ ਸਾਹਿਬ ਨੇ ਕਿਹਾ ਵੀ ਸ਼ੁਕਰ ਹੈ ਸੁਪਰੀਡੈਂਟ ਅਡਿਆਲਾ ਜੇਲ੍ਹ ਨੇ ਇਹ ਹੁਕਮ ਨਹੀਂ ਦੇ ਦਿੱਤਾ ਵੀ ਇਮਰਾਨ ਖਾਨ ਨੂੰ ਜਿਹੜਾ ਵੀ ਮਿਲੇਗਾ ਉਹ 3 ਦਿਨ ਤੱਕ ਕਿਸੇ ਨਾਲ ਗੱਲ ਹੀ ਨਹੀਂ ਕਰੇਗਾ। ਅਡਿਆਲਾ ਜੇਲ੍ਹ ਸੁਪਰੀਡੈਂਟ ਆਇਨ ਕਾਨੂੰਨ ਔਰ ਨਿਜ਼ਾਮ ਤੋਂ ਵੀ ਤਗੜਾ ਹੈ। ਉਹਨੇ ਹੁਣ ਲੋਕਾਂ ਨੂੰ ਦੱਸਣਾ ਵੀ ਕਦੋਂ ਬੋਲਣਾ ਤੇ ਕਦੋਂ ਨਹੀਂ ਬੋਲਣਾ। ਇਹ ਉਹ ਗੱਲ ਕਰਨ ਡੇ ਨੇ ਇਸ ਪ੍ਰੀਟੈਕਸ ਦੇ ਵਿੱਚ ਜਿਹੜਾ ਅਦਾਲਤ ਨੇ ਹੁਣੇ ਹੁਕਮ ਦਿੱਤਾ ਹੈ ਕਿ ਇਮਰਾਨ ਖਾਨ ਨੂੰ ਮਿਲਣ ਤੋਂ ਬਾਅਦ ਬਾਹਰ ਆ ਕੇ ਪ੍ਰੈਸ ਕਾਨਫਰੰਸ ਨਹੀਂ ਕਰਨੀ ਜੇਲ੍ਹ ਦੇ ਬਾਹਰ, ਬਾਕੀ ਪਰਾਂ ਜਾ ਕੇ ਜਿੱਥੇ ਮਰਜ਼ੀ ਕਰੋ, ਉਸ ਇਲਾਕੇ 'ਚ ਨਹੀਂ ਕਰਨੀ। ਜਿਹੜਾ ਮੈਨੂੰ ਸਮਝ ਆਇਆ ਉਸ ਫੈਸਲੇ ਨੂੰ ਪੜ੍ਹ ਕੇ। ਤੇ ਉਹ ਐਸਆਰ ਰਾਣਾ ਸਾਹਿਬ ਕਹਿੰਦੇ ਨੇ ਵੀ ਇਹ ਕਿਹੜੇ ਕਾਨੂੰਨ 'ਚ ਲਿਖਿਆ ਹੈ, ਕਿੱਥੇ ਲਿਖਿਆ, ਕਿਹੜੇ ਕਾਇਦੇ 'ਚ ਲਿਖਿਆ ਵੀ ਬਾਹਰ ਨਿਕਲ ਕੇ ਗੱਲ ਨਹੀਂ ਕਰ ਸਕਦੇ। ਗੱਲ ਉਹਨਾਂ ਦੀ ਠੀਕ ਹੈ, ਗੱਲ ਤੇ ਬਿਲਕੁਲ ਪੱਧਰੀ ਹੈ, ਉਹ ਠੀਕ ਹੈ ਕਿ ਇਹ ਕਿੱਥੇ ਲਿਖਿਆ ਹੈ, ਲੇਕਿਨ ਰੌਲਾ ਇਹ ਹੈ ਕਿ ਲਿਖਿਆ ਤੇ ਵੀ ਰਾਣਾ ਸਾਹਿਬ ਕਿਤੇ ਨਹੀਂ ਹੈ ਕਿ ਇਮਰਾਨ ਖਾਨ ਦੇ ਨਾਂ 'ਤੇ ਲਾਲ ਲਕੀਰ ਫੇਰਨੀ ਆ ਰਹੀ ਆ। ਜੋ ਕੁਝ ਕੀਤਾ ਗਿਆ ਲਿਖਿਆ ਤੇ ਕਿਤੇ ਵੀ ਨਹੀਂ, ਲੇਕਿਨ ਇਸ ਵੇਲੇ ਚੌਧਰੀ ਨਿਜ਼ਾਮਦੀਨ ਜੋ ਚਾਹੁੰਦਾ ਵਿਚਾਰੇ ਜੱਜ ਵੀ ਉਹੀ ਲਿਖਣ ਡਏ ਨੇ ਤੇ ਸੁਪਰੀਡੈਂਟ ਵੀ ਉਹੀ ਕਹਿਣ ਡਏ ਨੇ। ਲੇਕਿਨ ਇਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਵੀ ਇਮਰਾਨ ਖਾਨ ਦਾ ਪੈਗਾਮ ਫੌਰੀ ਦੇ ਦੇਣਗੇ ਤੱਤਾ ਜਾਂ 2 ਘੰਟੇ ਬਾਅਦ ਦੇ ਦੇਣਗੇ। ਉਹ ਪੈਗਾਮ ਹੀ ਇੰਨਾ ਤੱਤਾ ਹੋਣਾ ਵੀ ਉਹਨੂੰ ਜਿੰਨਾ ਵੀ ਠੰਡਾ ਕਰਨਗੇ ਉਹ ਆਵਾਮ ਤੱਕ ਅੱਪੜਨਾ ਹੀ ਅੱਪੜਨਾ ਹੈ। ਅਤੇ ਆਵਾਮ ਨੂੰ ਵੀ ਇਮਰਾਨ ਖਾਨ ਦੇ ਨਾਲ ਇਸ਼ਕ ਹੈ, ਉਹਨੇ ਵੀ ਜ਼ਾਹਿਰ ਹੈ ਰਿਸਪੌਂਡ ਕਰਨਾ ਹੀ ਕਰਨਾ ਹੈ। ਅੱਛਾ ਜੀ, ਇੱਕ ਡਾਕਟਰ ਨਮਾਨ ਸਾਹਿਬ ਨੇ ਕ੍ਰਿਕਟ ਦੇ ਉੱਤੇ ਤਬਸਰੇ ਕਰਦੇ ਨੇ ਅਤੇ ਡਾਕਟਰੀ ਮੇਰੇ ਖਿਆਲ ਉਹਨਾਂ ਨੇ ਘੱਟ ਹੀ ਕੀਤੀ ਹੈ ਜੋ ਮੈਨੂੰ ਲੱਗਦਾ, ਅਤੇ ਕੀਤੀ ਵੀ ਹੈ ਤਾਂ ਫਿਰ ਮੇਰਾ ਖਿਆਲ ਇਹੋ ਜਿਹੀ ਕੀਤੀ ਹੋਣੀ ਜਿਹੋ ਜਿਹੇ ਉਹਨਾਂ ਨੇ ਤਬਸਰੇ ਕੀਤੇ ਨੇ। ਕ੍ਰਿਕਟ ਮੈਨੂੰ ਤਾਂ ਕਦੀ ਉਹ ਖੇਡਣ ਵਰਗੇ ਲੱਗੇ ਨਹੀਂ ਵੀ ਉਹਨਾਂ ਕਦੀ ਕ੍ਰਿਕਟ ਖੇਡੀ ਹੋਏਗੀ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ। ਅਤੇ ਸਪਿਨ ਉਹ ਜ਼ਿਆਦਾ ਕਰਦੇ ਨੇ ਅਤੇ ਮੇਰਾ ਮਤਲਬ ਹੈ ਸਪਿਨ ਦਾ ਮਤਲਬ ਇਹ ਹੈ ਵੀ ਗੱਲਾਂ 'ਚ ਸਪਿਨ ਜ਼ਿਆਦਾ ਕਰਦੇ ਨੇ। ਅਤੇ ਉਹਨਾਂ ਨੇ ਹੁਣ ਇੱਕ ਨਵੀਂ ਕਾਰਵਾਈ ਪਾਈ ਹੈ। ਉਹਨਾਂ ਕਿਹਾ ਜੀ ਇਮਰਾਨ ਕ੍ਰਿਕਟ ਦਾ ਤਾਂ ਸਟਾਰ ਹੈ ਪਰ ਸਿਆਸਤ ਦੇ ਵਿੱਚ ਉਹਦੀ ਜਿਹੜੀ ਉਹ ਫੇਲ ਹੈ, ਸਿਆਸਤ ਉਹਦੀ ਖਤਮ ਹੈ ਔਰ ਉਹ ਫੇਲ ਹੈ ਔਰ ਉਹਨੇ ਸਿਆਸਤ ਬਹੁਤ ਹੀ ਬੇਤੁਕੀ ਕੀਤੀ ਹੈ। ਅੱਛਾ, ਕੋਈ ਹੋਰ ਬੰਦਾ ਹੁੰਦਾ ਤਾਂ ਮੈਂ ਸ਼ਾਇਦ ਤਜਜ਼ੀਆ ਨਾ ਕਰਦਾ। ਇਹ ਜਿਸ ਵੇਲੇ ਸਾਡੀ ਹਕੂਮਤ ਸੀ ਅਤੇ ਇਹ ਅਕਸਰ ਫਵਾਦ ਚੌਧਰੀ ਸਾਹਿਬ ਕੋਲ ਬੈਠੇ ਹੁੰਦੇ ਸਨ ਆ ਕੇ, ਅਤੇ ਉੱਥੇ ਤੇ ਇਹ ਕਲਾਬੇ ਮਿਲਾਉਂਦੇ ਸਨ ਇਮਰਾਨ ਖਾਨ ਸਾਹਿਬ ਦੀ ਸ਼ਖਸੀਅਤ ਦੇ ਅਤੇ ਉਹਨਾਂ ਦੀ ਸਿਆਸਤ ਦੀ ਜਿਹੜੀ ਜਨਾਬ ਕਿਤਨੀ ਜ਼ਬਰਦਸਤ ਸਿਆਸਤ ਜਾਣਦੇ ਨੇ ਇਮਰਾਨ ਖਾਨ ਸਾਹਿਬ। ਅਤੇ ਵੇਖੋ ਨਾ 2 ਪਾਰਟੀ ਸਿਸਟਮ ਤੋੜ ਕੇ ਤੇ ਆ ਗਏ ਨੇ ਅਤੇ ਪਤਾ ਨਹੀਂ ਕੀ ਮਤਲਬ ਐਸੀਆਂ ਤਾਰੀਫਾਂ ਕਰਦਾ ਸੀ ਇਹ ਬੰਦਾ ਇਮਰਾਨ ਖਾਨ ਦੀਆਂ ਕਿ ਉਹਦੀਆਂ ਤਾਰੀਫਾਂ ਤਾਂ ਸਾਨੂੰ ਵੀ ਨਹੀਂ ਸੀ ਪਤਾ ਜਿੰਨੀਆਂ ਇਹ ਕਰਦਾ ਸੀ। ਅਤੇ ਅੱਜ ਤੁਸੀਂ ਗੌਰ ਕਰੋ ਕਿ ਸਿਰਫ ਔਰ ਸਿਰਫ ਇਹਨੂੰ ਪਤਾ ਵੀ ਅੱਜ ਕੱਲ੍ਹ ਰਿਵਾਜ ਹੈ ਵੀ ਇਮਰਾਨ ਖਾਨ ਨੂੰ ਭੈੜਾ ਕਹੋ ਅਤੇ ਤਮਗਾ ਲੱਭਦਾ, ਨਾਲ ਪੱਕੀ ਨੌਕਰੀ ਲੱਭਦੀ ਹੈ ਅਤੇ ਤਨਖਾਹ ਬਹੁਤੀ ਲੱਭਦੀ ਹੈ। ਉਹਨੇ ਕਿਹਾ ਵੀ ਚਲੋ ਮੈਂ ਵੀ ਆਪਣੀ ਬੇਰੁਜ਼ਗਾਰੀ ਖਤਮ ਕਰਾਂ ਅਤੇ ਇਮਰਾਨ ਖਾਨ ਦੇ ਉੱਤੇ ਹਮਲਾ ਕਰਾਂ। ਅਤੇ ਅੱਜ ਇਹ ਬੰਦਾ ਆਖਣ ਡਿਆ ਜਿਹੜਾ ਕੱਲ੍ਹ ਆਂਦਾ ਸੀ ਇਮਰਾਨ ਖਾਨ ਜ਼ਬਰਦਸਤ ਕਿਸਮ ਦਾ ਸਿਆਸਤਦਾਨ ਹੈ, ਅੱਜ ਉਹ ਆਉਂਦੇ ਨੇ ਵੀ ਉਹਨੂੰ ਸਿਆਸਤ ਹੀ ਨਹੀਂ ਆਉਂਦੀ, ਉਹਨਾਂ ਦੀ ਸਿਆਸਤ ਜਿਹੜੀ ਉਹ ਖਤਮ ਹੋ ਗਈ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸਹਾਫੀ ਵਹੀਦ ਮੁਰਾਦ ਅਤੇ ਸਹਾਫੀ ਜਿਹੜੇ ਫਰਹਾਨ ਮਲਿਕ ਸਾਹਿਬ, ਉਹਨਾਂ ਨਾਲ ਜਿਹੜਾ ਜ਼ੁਲਮ ਅਤੇ ਧੱਕਾ ਹੋ ਰਿਹਾ ਫਰਹਾਨ ਮਲਿਕ ਸਾਹਿਬ ਨਾਲ ਕਰਾਚੀ ਦੇ ਵਿੱਚ ਅਤੇ ਵਹੀਦ ਮੁਰਾਦ ਸਾਹਿਬ ਦੇ ਨਾਲ ਜਿਹੜਾ ਉਹ ਇਸਲਾਮਾਬਾਦ ਦੇ ਵਿੱਚ, ਦੋਵਾਂ ਨੂੰ ਫੜਿਆ ਅਤੇ ਦੋਵਾਂ ਦੇ ਉੱਤੇ ਝੂਠੇ ਕੇਸ ਪਾਈ ਜਾਂਦੇ ਨੇ। ਫਰਹਾਨ ਮਲਿਕ ਸਾਹਿਬ ਦੇ ਉੱਤੇ ਹੁਣ ਕੋਈ ਫਰਾਡ ਦਾ ਕੇਸ ਪਾ ਦਿੱਤਾ ਹੈ। ਦੱਸੋ, ਉਹ ਹੀਰੇ ਵਰਗਾ ਬੰਦਾ ਹੈ, ਸੋਨੇ ਵਰਗਾ ਬੰਦਾ ਹੈ ਅਤੇ ਬੜਾ ਹੀ ਪ੍ਰੋਫੈਸ਼ਨਲ ਹੈ, ਬੜਾ ਹੀ ਜਬਰਾਨ ਕਿਸਮ ਦਾ ਬੰਦਾ ਹੈ
ਔਰ ਬਿਹਤਰੀਨ ਕੰਮ ਕਰਦਾ ਆਪਣਾ, ਮੁਹਿੱਬੇ ਵਤਨ ਹੈ, ਲੇਕਿਨ ਐਵੇਂ ਥੱਕੇ ਹੋਏ ਕੇਸ ਪਾ ਕੇ ਉਹਦੀ ਤੇ ਕੀ ਬੇਇੱਜ਼ਤੀ ਕਰਨੀ ਜੇ। ਵਤੂ ਇਜ਼ੂ ਮੰਤਸ਼ਾ ਵਤੂ ਜ਼ਿਲੂ ਮੰਤਸ਼ਾ, ਬੇਇੱਜ਼ਤੀ ਤੁਸੀਂ ਆਪਣੀ ਹੀ ਕਰਵਾਉਣੀ। ਇਹਦੇ ਵਿੱਚੋਂ ਮੈਂ ਤੁਹਾਨੂੰ ਅੱਜ ਹੀ ਦੱਸ ਦਿਆਂ, ਅੱਲਾ ਨੇ ਉਸ ਇਨਸਾਨ ਦੀ, ਉਹ ਸਬਰ ਕਰਨ ਵਾਲਾ ਬੰਦਾ ਹੈ ਫਰਹਾਨ ਮਲਿਕ, ਔਰ ਉਹਦਾ ਕੰਮ ਲੰਘ ਹੀ ਜਾਏਗਾ। ਮੈਂ ਤੁਹਾਨੂੰ ਅੱਜ ਹੀ ਦੱਸ ਦਿਆਂ ਵੀ ਬੇਇੱਜ਼ਤੀ ਤੁਹਾਡੀ ਦਾ ਬੰਦੋਬਸਤ ਹੋ ਰਿਹਾ ਜੇ। ਅਤੇ ਜਦੋਂ ਤੁਸੀਂ ਇਹੋ ਜਿਹੇ ਅੱਲਾ ਦੇ ਬੰਦਿਆਂ ਨੂੰ, ਜਿਹੜੇ ਆਪਣੇ ਕੰਮ ਨਾਲ ਕੰਮ ਰੱਖਦੇ ਨੇ, ਉਹਨਾਂ ਨੂੰ ਛੇੜੋਗੇ ਅਤੇ ਉਸ ਤੋਂ ਬਾਅਦ ਫਿਰ ਅੱਲਾ ਦੀ ਲਾਠੀ ਬੇਆਵਾਜ਼ ਹੈ, ਉਹ ਕਿਤੇ ਨਾ ਕਿਤੇ ਤੁਹਾਡੇ ਸਿਰ 'ਤੇ ਪਏਗੀ। ਲੇਕਿਨ ਇਸ ਵੇਲੇ ਸਹਾਫੀ ਬਹੁਤ ਜ਼ਿਆਦਾ ਅੰਡਰ ਪ੍ਰੈਸ਼ਰ ਨੇ, ਔਰ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਧੱਕਾ ਹੋ ਰਿਹਾ, ਪੂਰੇ ਪਾਕਿਸਤਾਨ ਦੇ ਵਿੱਚ ਜ਼ੁਲਮ ਹੋ ਰਿਹਾ, ਅਤੇ ਆਵਾਮ ਨੂੰ ਉਹਨਾਂ ਦੇ ਨਾਲ ਆਵਾਜ਼ ਚੁੱਕਣ ਦੀ ਵੀ ਲੋੜ ਹੈ, ਅਤੇ ਉਹਨਾਂ ਦੀ ਸਪੋਰਟ ਕਰਨ ਦੀ ਵੀ ਲੋੜ ਹੈ, ਔਰ ਚੰਗੀ ਦਬਾ ਕੇ ਸਪੋਰਟ ਕਰਨ ਦੀ ਲੋੜ ਹੈ, ਕਿਉਂਕਿ ਸਹਾਫੀਆਂ ਨੂੰ ਇਸ ਵੇਲੇ ਇਹਨਾਂ ਨੇ ਪੂਰਾ ਟਾਰਗੇਟ 'ਤੇ ਰੱਖਿਆ ਹੈ। ਅਗਲੀ ਖਬਰ ਹੈ ਜੀ ਕਿ 7000 ਪਾਕਿਸਤਾਨੀਆਂ ਨੂੰ ਜਿਹੜਾ ਉਹ ਰੁਕਿਆ ਇਸ ਵਾਲੀ ਏਅਰਪੋਰਟ ਦੇ ਉੱਤੇ। FIA ਦੇ ਮੁਤਾਬਕ ਹੈ ਜਿਹੜਾ ਮੌਜੂਦਾ ਸਾਲ ਹੈ, ਇਹਦੇ ਪਹਿਲੇ 3 ਮਹੀਨਿਆਂ ਦੇ ਵਿੱਚ, ਹਾਂਜੀ ਇਹ 3 ਮਹੀਨੇ ਵੀ ਅਜੇ ਪੂਰੇ ਨਹੀਂ ਹੋਏ, ਤੁਹਾਡੇ ਸਾਹਮਣੇ ਹੀ ਜਨਵਰੀ ਫਰਵਰੀ ਅਤੇ ਮਾਰਚ ਤੇ ਪੂਰਾ ਨਹੀਂ ਹੋਇਆ, ਅਤੇ ਤੁਸੀਂ ਆਖੋ ਵੀ 2.5 ਮਹੀਨਿਆਂ ਦੇ ਵਿੱਚ 7000 ਬੰਦੇ ਨੂੰ ਮੁਖਤਲਿਫ ਏਅਰਪੋਰਟਾਂ ਦੇ ਉੱਤੇ ਬਾਹਰ ਜਾਣ ਤੋਂ ਰੱਖਿਆ। ਇਹਦੇ ਵਿੱਚ 300 ਤੋਂ ਬਹੁਤੇ ਜਿਹੜੇ ਉਹ ਫਕੀਰ ਸਨ, ਮੰਗਣ ਜਾਣ ਡਏ ਸਨ। ਇਹ ਕੁਝ ਤੇ ਨਿਕਲ ਗਏ ਪਿਛਲੇ ਦਿਨੋਂ, ਤੁਹਾਨੂੰ ਪਤਾ ਸ਼ਹਿਬਾਜ਼ ਸ਼ਰੀਫ ਸਾਹਿਬ ਨਿਕਲ ਗਏ, ਮੇਰਾ ਖਿਆਲ ਉਹਨਾਂ ਨੂੰ ਇਹਨਾਂ ਨਹੀਂ ਡੱਕਿਆ, ਪਰ 300 ਕੋ ਫਕੀਰ ਸਨ, ਅਤੇ ਬਾਕੀ ਜਿਹੜੇ ਜਾਲੀ ਵੀਜ਼ੇ ਜਾਂ ਦੂਸਰੇ ਮਾਮਲਾਤ, ਔਰ ਇਹਦੇ ਵਿੱਚ ਬੇਸ਼ੁਮਾਰ PTI ਵਾਲੇ ਵੀ ਹੋਣੇ ਨੇ ਵਿਚਾਰੇ, ਔਰ PTI ਨਾਲ ਰਿਲੇਟਡ ਵੀ ਹੋਣੇ ਨੇ। ਇਹ ਸੂਰਤ ਹਾਲ ਜੇ ਇੰਨੇ ਪਾਕਿਸਤਾਨੀਆਂ ਦੀ ਜਿਹੜੀ ਨਕਲੋ ਹਰਕਤ ਹੈ ਉਹਨੂੰ ਇਹ ਡੱਕੀ ਬੈਠੇ ਨੇ। ਅਤੇ ਇਹਦੇ ਵਿੱਚ ਮੈਂ ਠੀਕ ਹੈ, ਮੰਨਣਾ ਹੈ ਕਿ ਇਹਦੇ ਵਿੱਚ ਕੋਈ ਅੱਧੇ ਪਚੱਧੇ ਠੀਕ ਹੋਣਗੇ ਬੰਦੇ, ਲੇਕਿਨ ਜਿਹੜੇ ਵਿਚਾਰੇ ਮਾਸੂਮ ਨੇ ਉਹਨਾਂ ਨੂੰ ਐਵੇਂ ਡੱਕਿਆ ਇਹਨਾਂ ਨੇ। ਜਸਟਿਸ ਬਾਬਰ ਸਤਾਰ ਸਾਹਿਬ ਨੇ ਕੇਸ ਵੀ ਸੁਣਿਆ ਇੱਕ ਹਾਲ ਹੀ ਦੇ ਵਿੱਚ, ECL ਜਿਹੜਾ ਲੋਕਾਂ ਦੇ ਨਾਮ ਪਾਈ ਜਾਂਦੇ ਨੇ, ਅਤੇ ਇਹ ਏਅਰਪੋਰਟ ਤੋਂ ਖਬਰ ਆਈ ਹੈ ਕਿ ਤਕਰੀਬਨ 7000 ਬੰਦਾ ਜਿਹੜਾ ਉਹਨਾਂ ਨੂੰ ਇਹਨਾਂ ਨੇ ਡੱਕ ਕੇ ਅਤੇ ਉੱਥੇ ਜਿਹੜਾ ਉਹ ਜ਼ਾਹਿਰ ਹੈ ਖੁਆਰੀ ਕਰਦੇ ਨੇ ਬੰਦਿਆਂ ਨੂੰ। ਅਗਲੀ ਖਬਰ ਹੁਣ ਇਹ ਹੈ ਕਿ ਜਿਹੜਾ ਪੀਕਾ ਐਕਟ ਹੈ, ਇਹ ਟਵੀਟ ਕਰਨ ਦੇ ਉੱਤੇ ਜਿਹੜਾ ਬੰਦਿਆਂ ਨੂੰ ਫੜ ਲੈਂਦੇ ਨੇ, ਉਹਨਾਂ ਦੇ ਮਗਰ ਲਾਠੀ ਲੈ ਕੇ ਚੜ੍ਹ ਜਾਂਦੇ ਨੇ। ਉਹ ਜਿਹੜਾ ਪੀਕਾ ਐਕਟ ਹੈ ਉਹਦੇ ਵਿੱਚ FIA ਨੇ ਲਮਜ਼ ਲਾਹੌਰ ਦੇ ਪ੍ਰੋਫੈਸਰ ਤੈਮੂਰ ਰਹਿਮਾਨ ਸਾਹਿਬ ਨੂੰ ਵੀ ਨੋਟਿਸ ਦੇ ਦਿੱਤਾ, ਹੁਣ ਉਹਨਾਂ ਨੂੰ ਫੜਨ ਲੱਗੇ ਨੇ। ਹਾਮਦ ਮੀਰ ਸਾਹਿਬ ਨੇ ਇਹਦੇ 'ਤੇ ਬਿਆਨ ਦਿੱਤਾ ਕਿ ਬੜੀ ਤਸ਼ਵੀਸ਼ ਦੀ ਗੱਲ ਹੈ ਵੀ ਸਹਾਫੀਆਂ ਦੇ ਮਗਰ 'ਤੇ ਲੱਠ ਲੈ ਕੇ ਪਏ ਹੀ ਸਨ ਪੀਕਾ ਕਾਨੂੰਨ ਨੂੰ ਫੜ ਕੇ, ਕਿ ਪੀਕਾ ਦੇ ਤਹਿਤ ਇੱਥੇ ਪਰਚਾ ਦੇ ਦਿਓ, ਉੱਥੇ ਦੇ ਦਿਓ, ਇੱਥੇ ਦੇ ਦਿਓ। ਇਹ ਜੋ ਫੜੇ ਨੇ ਵਹੀਦ ਮੁਰਾਦ ਅਤੇ ਦੂਸਰੇ ਸਾਰੇ, ਇਹਨਾਂ ਨੂੰ ਪੀਕਾ ਐਕਟ ਦੇ ਤਹਿਤ ਹੀ ਇਹਨਾਂ ਦੇ ਉੱਤੇ ਪਰਚੇ ਦਿੱਤੇ ਨੇ। ਹੁਣ ਪ੍ਰੋਫੈਸਰਾਂ ਦੇ ਉੱਤੇ ਵੀ ਸ਼ੁਰੂ ਹੋ ਗਏ ਨੇ, ਅਤੇ ਮਤਲਬ ਇਹ ਕਿ ਜਿਹੜਾ ਬੰਦਾ ਵੀ ਕੋਈ ਆਜ਼ਾਦ ਗੱਲ ਕਰਨ ਦੀ ਕੋਸ਼ਿਸ਼ ਕਰੇਗਾ, ਕੋਈ ਟਵੀਟ ਕਰੇਗਾ, ਕੋਈ ਗੱਲ ਕਰੇਗਾ, ਉਹਨੂੰ ਫੜ ਲਓ। ਇਹਨਾਂ ਨੇ ਨਵਾਂ ਕੰਮ ਸ਼ੁਰੂ ਕੀਤਾ ਵੀ ਲੋਕਾਂ ਨੂੰ ਫੜ ਅੰਦਰ ਦੇਈ ਜਾਓ, ਉਹਨਾਂ ਦੇ ਪਰਚੇ ਦਿਓ, ਉਹਨਾਂ ਨੂੰ ਜ਼ਲੀਲ ਕਰੋ, ਅਤੇ ਆਪੇ ਲੋਕੀ ਲਿਖਣੋਂ ਹਟ ਜਾਣਗੇ। ਇੰਜ ਭਲਾ ਕਦੀ ਲੋਕੀ ਲਿਖਣੋਂ ਹਟੇ ਨੇ? ਲੋਕੀ ਹੋਰ ਲਿਖਣਗੇ। ਇਹ ਯਕੀਨ ਕਰੋ, ਜਿੰਨਾ ਸਪਰਿੰਗ ਤਰ੍ਹਾਂ ਇਹਨਾਂ ਨੂੰ ਦਬਾਓਗੇ ਨਾ, ਉਹਨਾਂ ਲੋਕੀ ਵਾਪਸ ਰਿਸਪੌਂਡ ਕਰਨਗੇ। ਇਹ ਖਲਕੇ ਖੁਦਾ ਜਿਹੜੀ ਇਹ ਧੱਕੇ ਦੇ ਨਾਲ ਕਦੀ ਕੰਟਰੋਲ ਨਹੀਂ ਹੁੰਦੀ। ਇਹ ਤਾਂ ਤੁਹਾਨੂੰ ਪਿਆਰ ਮੁਹੱਬਤ ਨਾਲ ਹੀ ਕੰਟਰੋਲ ਕਰਨਾ ਪੈਣਾ ਸੀ, ਔਰ ਇਹ ਇਸ ਤਰ੍ਹਾਂ ਧੱਕਾ ਕਰਨ ਦੇ ਨਾਲ ਇਹ ਮੇਰਾ ਨਹੀਂ ਖਿਆਲ ਕਿ ਪਬਲਿਕ ਤੁਹਾਡੇ ਕੋਲੋਂ ਕੰਟਰੋਲ ਹੋਏਗੀ ਕਿਸੇ ਵੀ। ਇਹ ਅਕਲ ਹੀ ਕਰ ਲਓ ਤਾਂ ਚੰਗਾ ਹੈ, ਲੇਕਿਨ ਇਹਨਾਂ ਨੇ ਵੀ ਕਸਮ ਇਹ ਖਾਧੀ ਵੀ ਅਸੀਂ ਕਿਸੇ ਸੂਰਤ ਅਕਲ ਜਿਹੜੀ ਹੈ ਉਹ ਕਰਨੀ ਨਹੀਂ। ਅੱਛਾ ਜੀ, IMF ਦਾ ਪ੍ਰੋਗਰਾਮ ਜਿਹੜਾ ਉਹ ਮਨਜ਼ੂਰ ਹੋ ਗਿਆ, ਅਤੇ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਸਾਰਾ ਹੀ ਕ੍ਰੈਡਿਟ ਜਿਹੜਾ ਉਹ ਆਰਮੀ ਚੀਫ ਨੂੰ ਦੇ ਦਿੱਤਾ। ਚੰਗਾ ਕੀਤਾ। ਨਾ ਸਾਰਾ ਕ੍ਰੈਡਿਟ ਆਰਮੀ ਚੀਫ ਨੂੰ ਦਿੰਦੇ ਤਾਂ ਸ਼ਹਿਬਾਜ਼ ਸ਼ਰੀਫ ਸਾਹਿਬ ਨੂੰ ਪਤਾ ਵੀ ਫਿਰ ਉਹਨਾਂ ਨਾਲ ਕੀ ਹੋਣਾ ਸੀ, ਅਤੇ ਐਵੇਂ ਫਿਰ ਕਿਤੇ ਕੰਨ ਕੁੰਨ ਨਾ ਫੜਵਾ ਲੈਂਦੇ ਇਹਨਾਂ ਦੇ। ਅਤੇ ਉਹਨਾਂ ਨੇ ਚੰਗੀ ਅਕਲਮੰਦੀ ਕੀਤੀ, ਚਾਚੇ ਨੂੰ ਸਮਝ ਆ ਇਸ ਗੱਲ ਦੀ ਕਿ ਮੈਂ ਤਾਂ ਮੇਰੇ ਕੋਲ ਨਾ ਸੀਟਾਂ ਸਨ, ਮੈਨੂੰ ਤਾਂ ਐਵੇਂ ਹੀ ਧੱਕੇ ਨਾਲ ਹੀ ਅਗਲਿਆਂ ਨੇ ਵਜ਼ੀਰ ਆਜ਼ਮ ਬਣਾਇਆ, ਅਤੇ ਬਸ ਮੈਂ ਇੱਕ ਰੋਲ ਪੂਰਾ ਕਰ ਰਿਹਾ। ਅਤੇ ਉਹਨਾਂ ਨੇ ਜਿਹੜਾ ਕੰਮ ਹੁੰਦਾ ਉਹ ਆਉਂਦੇ ਨੇ ਜੀ ਆਰਮੀ ਚੀਫ ਨੂੰ ਪਤਾ, ਮੈਨੂੰ ਤਾਂ ਕੋਈ ਏਡਾ ਕੋਈ ਨਹੀਂ ਪਤਾ। ਬਹਰਹਾਲ ਆਰਮੀ ਚੀਫ ਸਾਹਿਬ ਨੇ ਇਹ ਸਾਰਾ ਕੁਝ ਕਰਵਾਇਆ, ਅਤੇ ਉਹ ਮਤਲਬ ਰਿਸਕ ਹੀ ਨਹੀਂ ਲੈਂਦੇ। ਇਹੋ ਜਿਹਾ ਕੋਈ ਰਿਸਕ ਹੀ ਨਹੀਂ ਲੈਂਦੇ ਕਿ ਮੈਂ ਕੋਈ ਬਿਆਨ ਦਿਆਂ, ਉਹਦੇ 'ਚੋਂ ਆਰਮੀ ਚੀਫ ਨਾਰਾਜ਼ ਹੋਵੇ, ਕੋਈ ਹੋਰ ਬੰਦਾ ਹੋਵੇ। ਉਹ ਚੁੱਪ ਕਰਕੇ ਸੱਜੇ ਕੰਨ ਨੂੰ ਹੱਥ ਲਾ ਕੇ ਅਤੇ ਉਹ ਕਹਿੰਦੇ ਨੇ ਕਿ ਜੀ ਇਹ ਆਰਮੀ ਚੀਫ ਨੇ ਕੀਤਾ। ਅੱਛਾ, ਇਹਦੇ ਨਾਲ ਇੱਕ ਹੋਰ ਕੰਮ ਵੀ ਹੈ। ਹੋਰ ਦੂਸਰਾ ਕੰਮ ਇਹ ਹੋਇਆ ਕਿ IMF ਦਾ ਜਿਹੜਾ ਪੈਕੇਜ ਕਰਜ਼ਾ ਹੈ ਨਾ, ਜ਼ਾਹਿਰ IMF ਦਾ ਜਿਹੜਾ ਪਾਕਿਸਤਾਨ ਨੂੰ ਪਹਿਲੇ ਵੀ ਮਿਲਦਾ ਰਿਹਾ ਅਤੇ ਹੁਣ ਵੀ, ਉਹ ਜਿਸ ਵੇਲੇ ਪੈਕੇਜ ਮਨਜ਼ੂਰ ਹੋਇਆ 1.3 ਅਰਬ ਡਾਲਰ ਦਾ। ਅਤੇ ਜਿਹੜੀ ਨੂਨ ਲੀਗੀ ਜਿਹੜੇ ਪ੍ਰੋ ਸਹਾਫੀ, ਮੈਂ ਆਖਾਂਗਾ ਨੂਨ ਲੀਗੀ ਪ੍ਰੋ, ਇਹ ਪ੍ਰੋ ਮੈਕਸ ਫੋਨ ਵਾਲਾ ਨਹੀਂ, ਵੈਸੇ ਪ੍ਰੋ ਮਤਲਬ ਕਿ ਨੂਨ ਲੀਗ ਨਾਲ ਥੋੜ੍ਹੀ ਜਿਹੀ ਹਮਦਰਦੀ ਰੱਖਣ ਵਾਲੇ ਜਿਹੜੇ ਸਹਾਫੀ ਨੇ, ਉਹ ਸਾਰੇ ਤੇ ਜਨਾਬ ਉਹਨਾਂ ਨੇ ਤੇ ਇੰਜ ਮੈਂ ਆਨਾ ਵੀ ਨੱਚ ਉਹਨਾਂ ਨੇ ਧਰਤੀ ਨੂੰ ਚਿੱਪ ਪਾ ਦਿੱਤੇ ਨੇ ਕਿ ਜਿਸ ਤਰ੍ਹਾਂ ਕੋਈ ਕਰਜ਼ਾ ਨਹੀਂ ਹੈ ਸਾਨੂੰ ਮਨਜ਼ੂਰ ਹੋਇਆ, ਬਲਕਿ ਪਤਾ ਨਹੀਂ ਅਸੀਂ ਕੋਈ ਦੁਨੀਆ ਦੇ ਵਿੱਚ ਨੰਬਰ 1 ਆ ਗਏ ਮਈਸ਼ਤ ਦੇ ਵਿੱਚ ਜਾਂ ਕਾਰੋਬਾਰ ਦੇ ਵਿੱਚ, ਇਕੋਨਮੀ ਦੇ ਵਿੱਚ। ਹਾਲਾਂਕਿ ਹੋਇਆ ਤਾਂ ਕਰਜ਼ਾ ਹੀ ਮਨਜ਼ੂਰ ਹੈ, ਲੇਕਿਨ ਇੰਜ ਖੁਸ਼ੀ ਦੇ ਨਾਲ, ਮੇਰਾ ਮਤਲਬ ਹੈ ਟੈਲੀਵਿਜ਼ਨਾਂ ਦੇ ਉੱਤੇ ਉਹਨਾਂ ਦੀਆਂ ਬਾਛਾਂ ਖਿਲਣ ਰਹੀਆਂ ਨੇ ਕਿ ਪਤਾ ਨਹੀਂ ਕਿਹੜਾ ਕੰਮ ਹੋ ਗਿਆ। ਅਤੇ ਇਹਨਾਂ ਦੀ ਜਿਹੜੀ ਸਾਰੀ ਸੂਰਤ ਹਾਲ ਹੈ ਉਹਨੂੰ ਤੁਸੀਂ ਇੱਥੋਂ ਅੰਡਰਸਟੈਂਡ ਕਰ ਲਓ ਕਿ ਇਹਨਾਂ ਦੇ ਦਿਨ ਪੂਰੇ ਹੋਏ ਨੇ।
ਇਹਨਾਂ ਦੇ ਹਾਲਾਤ ਇੰਨੇ ਖਰਾਬ ਨੇ ਵੀ ਹੁਣ ਕਰਜ਼ਾ ਇਹਨਾਂ ਦਾ ਅਪਰੂਵ ਹੋ ਜਾਏ ਨਾ ਤੇ ਉਹਨੂੰ ਇੰਜ ਬਿਆਨ ਕਰਦੇ ਨੇ, ਇਹ ਇੰਜ ਖੁਸ਼ ਹੁੰਦੇ ਨੇ ਉਸ ਕਰਜ਼ੇ ਦੇ ਅਪਰੂਵ ਹੋਣ ਦੇ ਉੱਤੇ ਕਿ ਜਿਸ ਤਰ੍ਹਾਂ ਇਹਨਾਂ ਨੇ ਕਿੱਡੀ ਕੁ ਵੱਡੀ ਅਚੀਵਮੈਂਟ ਕਰ ਲਈ ਹੈ। ਇਸੇ ਵਜ੍ਹਾ ਤੋਂ ਜਿੰਨੇ ਡੈਸਪਰੇਟ ਨੇ, ਜਿੰਨੇ ਇਹ ਹੌਲੇ ਹੋ ਗਏ ਨੇ, ਮੈਂ ਤੁਹਾਨੂੰ ਅੱਜ ਹੀ ਦੱਸ ਸਕਦਾ ਵੀ ਇਹਨਾਂ ਦੇ ਦਿਨ ਹੁਣ ਬੜੇ ਥੋੜ੍ਹੇ ਨੇ। ਹੁਣ ਤੁਸੀਂ ਇਹ ਵੀ ਆਖੋਗੇ ਵੀ ਗਿੱਲ ਸਾਹਿਬ ਇਹ ਤਾਂ ਬੜੇ ਚਿਰ ਤੋਂ ਸੁਣਦੇ ਆ ਰਹੇ ਵੀ ਦਿਨ ਬੜੇ ਥੋੜ੍ਹੇ ਨੇ, ਲੇਕਿਨ ਮੇਰੀ ਗੱਲ 'ਤੇ ਯਕੀਨ ਰੱਖੋ, ਹੁਣ ਜੋ ਕੁਝ ਜਿਹੜੇ ਪਾਸੇ ਨੂੰ ਇਹ ਤੁਰ ਪਏ ਨੇ, ਇਹਨਾਂ ਦੇ ਹੁਣ ਦਿਨ, ਇਹਨਾਂ ਦਾ ਵੇਲਾ ਹੁਣ ਥੋੜ੍ਹਾ ਹੈ। ਇਹਨਾਂ ਨੂੰ ਕਿਤੇ ਨਾ ਕਿਤੋਂ ਰੱਬ ਨੇ ਲਾਠੀ ਮਾਰਨੀ, ਉਹ ਕਿੱਥੋਂ ਮਾਰਨੀ ਉਹ ਰੱਬ ਨੂੰ ਪਤਾ, ਅੱਲਾ ਦੀ ਜ਼ਾਤ ਨੂੰ ਪਤਾ, ਲੇਕਿਨ ਕਿਤੇ ਨਾ ਕਿਤੋਂ ਇਹਨਾਂ ਨੂੰ ਸਜ਼ਾ ਲੱਭਣੀ ਹੈ ਔਰ ਇਹ ਇਹਨਾਂ ਦਾ ਜਿਹੜਾ ਵੇਲਾ ਹੁਣ ਪੂਰਾ ਹੋ ਜਾਣਾ ਹੈ। ਹੁਣ ਮਜ਼ੀਦ ਮਾੜੀ ਗਰੀਬ ਆਵਾਮ ਨੂੰ ਉਹਦੇ ਉੱਤੇ ਜ਼ੁਲਮ ਤੇ ਉੱਤੇ ਮਹਿੰਗਾਈ ਤੇ ਉਹਦੇ ਤੇ ਉਹਦਾ ਜਿਹੜਾ ਮਾਲ ਪਾਣੀ ਖਾ ਰਹੇ ਨੇ, ਉਹ ਮੈਨੂੰ ਇਹ ਮਜ਼ੀਦ ਚੱਲਦਾ ਹੋਇਆ ਨਜ਼ਰ ਨਹੀਂ ਆਉਂਦਾ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।